ਹੈਲੋ ਸ਼ਾਲੋਮ ਸਾਰਿਆਂ ਨੂੰ ਜੈ ਮਸੀਹ ਕੀ ਪ੍ਰੇਜ਼ ਦ ਲਾਰਡ। ਔਰ ਇੱਕ ਵਾਰ ਫਿਰ ਅਸੀਂ ਪਰਮੇਸ਼ਵਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਵਰ ਨੇ ਅੱਜ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਰਾਹੀਂ ਤੁਹਾਡੇ ਨਾਲ ਗੱਲ ਕਰ ਸਕੀਏ। ਔਰ ਧੰਨਵਾਦ ਕਰਦੇ ਹਾਂ ਸੱਚੇ ਜੀਵਤ ਪਰਮੇਸ਼ਵਰ ਦਾ ਜਿਸ ਨੇ ਮੌਕਾ ਦਿੱਤਾ ਹੈ। ਔਰ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਰਮੇਸ਼ਵਰ ਦੇ। ਔਰ ਅਸੀਂ ਜਾਣਦੇ ਹਾਂ ਕਿ ਤੁਸੀਂ ਪਿਛਲੇ ਸਮੇਂ ਵਿੱਚ ਬਹੁਤਾਇਤ ਨਾਲ ਆਸ਼ੀਸ਼ ਪਾਈ ਹੈ ਔਰ ਤੁਸੀਂ ਲਗਾਤਾਰ ਪ੍ਰਭੂ ਦੇ ਵਚਨ ਤੋਂ ਆਸ਼ੀਸ਼ਿਤ ਹੋ ਰਹੇ ਹੋ। ਚਲੋ ਅੱਜ ਅਸੀਂ ਗੱਲ ਕਰਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਭਵਿੱਖਬਾਣੀਆਂ ਦੇ ਬਾਰੇ। ਜਿਵੇਂ ਕਿ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਔਰ ਅਸੀਂ ਦੇਖਿਆ ਸੀ ਕਿ ਭਵਿੱਖਬਾਣੀਆਂ ਜਿਹੜੀਆਂ ਨੇ ਉਹ ਬਹੁਤ ਹੀ ਕਈ ਵਾਰ ਲੋਕ ਗਲਤ ਭਵਿੱਖਬਾਣੀਆਂ ਵੀ ਕਰਦੇ ਨੇ ਔਰ ਝੂਠੇ ਭਵਿੱਖਵਕਤਾ ਬਹੁਤ ਸਾਰੇ ਨੇ। ਬਾਈਬਲ ਦੱਸਦੀ ਹੈ ਕਿ ਅੰਤਮ ਸਮੇਂ ਝੂਠੇ ਭਵਿੱਖਵਕਤਾ ਉੱਠ ਖੜੇ ਹੋਣਗੇ, ਪਰ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਅਸੀਂ ਸੱਚੀ ਭਵਿੱਖਬਾਣੀ ਨੂੰ ਛੱਡ ਦੇਣਾ ਹੈ। ਸੱਚੀਆਂ ਭਵਿੱਖਬਾਣੀਆਂ ਵੀ ਹੁੰਦੀਆਂ ਨੇ। ਬਾਈਬਲ ਸਾਨੂੰ ਦੱਸਦੀ ਹੈ, ਬਾਈਬਲ ਜੋ ਹੈ ਉਹ ਸਾਨੂੰ ਭਵਿੱਖਬਾਣੀਆਂ ਨਾਲ ਭਰੀ ਹੋਈ ਪਰਮੇਸ਼ਵਰ ਦੀ ਬਾਣੀ ਹੈ। ਬਾਈਬਲ ਦੇ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਨੇ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਨੇ ਔਰ ਬਹੁਤ ਸਾਰੀਆਂ ਜੋ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਜੋ ਹੋਣਗੀਆਂ। ਪਰ ਅੱਜ ਦੇ ਸਮੇਂ ਦੇ ਵਿੱਚ ਕਲੀਸਿਆ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਇਹ ਸਮਾਂ ਹੈ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਵਧੀਏ। ਮੈਂ ਅੱਜ ਸਾਰੀ ਉਸ ਸੰਗਤ ਨੂੰ, ਉਸ ਕਲੀਸਿਆ ਨੂੰ ਜਿਹੜੇ ਪਰਮੇਸ਼ਵਰ ਤੇ ਨਿਚਾ ਰੱਖਦੇ ਨੇ ਔਰ ਜਿੰਨੇ ਪ੍ਰਭੂ ਦੇ ਸੇਵਕ ਨੇ ਉਹਨਾਂ ਨੂੰ ਵੀ ਜਿਹੜੇ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਵਧੀਏ। ਔਰ ਪਰਮੇਸ਼ਵਰ ਦਾ ਵਚਨ ਸਾਨੂੰ ਪਹਿਲਾ ਕਰੰਥੀਆਂ ਉਸਦਾ 14 ਅਧਿਆਇ ਦੀ ਜਦੋਂ ਅਸੀਂ 39 ਆਇਤ ਨੂੰ ਪੜ੍ਹਦੇ ਹਾਂ ਤਾਂ ਇਸ ਜਗ੍ਹਾ ਤੇ ਪਰਮੇਸ਼ਵਰ ਦਾ ਵਚਨ ਬਿਆਨ ਕਰਦਾ ਹੈ, ਗੱਲ ਕਾਦੀ ਮੇਰੇ ਭਰਾਵੋ, ਅਗਮ ਬਾਗ ਕਰਨ ਨੂੰ ਲੋਚੋ ਅਤੇ ਪਰਾਈਆਂ ਭਾਖਿਆਂ ਬੋਲਣ ਤੋਂ ਨਾ ਵਰਜੋ। ਬਾਈਬਲ ਸਾਨੂੰ ਦੱਸਦੀ ਹੈ, ਇਸ ਜਗ੍ਹਾ ਤੇ ਅਸੀਂ ਜੋ ਪੜ੍ਹਿਆ ਹੈ, ਬਾਈਬਲ ਬਹੁਤ ਖੂਬਸੂਰਤੀ ਨਾਲ ਦੱਸਦੀ ਹੈ ਕਿ ਸਾਨੂੰ ਅਗਮ ਬਾਗ ਕਰਨ ਨੂੰ ਲੋਚਣਾ ਚਾਹੀਦਾ ਹੈ। ਵਾਟ ਇਜ਼ ਦਿਸ? ਲੋਚਣ ਦਾ ਕੀ ਮਤਲਬ ਹੋਇਆ? ਪਰਮੇਸ਼ਵਰ ਦਾ ਦਾਸ ਸੰਤ ਪੌਲੁਸ ਜਦੋਂ ਕਰੰਥੀਆਂ ਦੀ ਕਲੀਸਿਆ ਨੂੰ ਆਪਣਾ ਪਹਿਲਾ ਪੱਤਰ ਲਿਖਦਾ ਹੈ, ਉਸ ਕਲੀਸਿਆ ਨੂੰ ਪਰਮੇਸ਼ਵਰ ਦਾ ਜਨ ਆਖਦਾ ਹੈ ਕਿ ਸਾਨੂੰ ਅਗਮ ਬਾਗ ਜਾਣੀ ਭਵਿੱਖਬਾਣੀਆਂ ਕਰਨ ਦੀ ਲੋਚ ਰੱਖਣ ਦੀ ਲੋੜ ਹੈ। ਇਹਦਾ ਮਤਲਬ ਇਹ ਹੈ ਕਿ ਭਵਿੱਖਬਾਣੀ ਹਰ ਇੱਕ ਜਨ, ਵਿਸ਼ਵਾਸ ਵਿੱਚ ਰਹਿਣ ਵਾਲਾ ਕੋਈ ਵੀ ਜਨ ਜਿਸ ਨੂੰ ਪਰਮੇਸ਼ਵਰ ਦੇ ਨਾਲ ਪ੍ਰੇਮ ਹੈ, ਉਹ ਕੋਈ ਵੀ ਭਵਿੱਖਬਾਣੀ ਦਾ ਵਰਦਾਨ ਪਾ ਸਕਦਾ ਹੈ। ਸੋ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਅੱਜ ਜਿੰਨੇ ਜਨ ਪਰਮੇਸ਼ਵਰ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਭਵਿੱਖਬਾਣੀਆਂ ਨੂੰ ਲੋਚਣ ਦੀ ਲੋੜ ਹੈ। ਭਵਿੱਖਬਾਣੀਆਂ ਲਈ ਲੋਚ ਰੱਖਣ ਦੀ ਜ਼ਰੂਰਤ ਹੈ। ਇਹਦਾ ਮਤਲਬ ਹੈ ਭਵਿੱਖਵਕਤਾ ਜਿਹੜਾ ਤੁਹਾਨੂੰ ਆਉਣ ਵਾਲੇ ਸਮੇਂ ਦੀ ਖਬਰ ਦਿੰਦਾ ਹੈ। ਭਵਿੱਖਬਾਣੀਆਂ ਦੇ ਦੁਆਰਾ ਅਸੀਂ ਆਉਣ ਵਾਲੇ ਸਮੇਂ ਦੀ ਖਬਰ ਨੂੰ ਪ੍ਰਾਪਤ ਕਰਦੇ ਹਾਂ। ਸਾਨੂੰ ਪਤਾ ਚੱਲਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ, ਕੀ ਕੁਝ ਹੋਣ ਵਾਲਾ, ਕੀ ਕੁਝ ਵਾਪਰੇਗਾ ਔਰ ਉਹ ਭਵਿੱਖਬਾਣੀਆਂ ਦੇ ਦੁਆਰਾ ਹੀ ਹੁੰਦਾ ਹੈ। ਔਰ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਦੱਸਦਾ ਹੈ, ਜਦੋਂ ਅਸੀਂ ਪਹਿਲਾਂ ਹੁਣੇ ਅਸੀਂ ਪੜ੍ਹ ਕੇ ਹਟੇ ਹਾਂ, ਉਸ ਤੋਂ ਬਾਅਦ ਅਸੀਂ ਰਸੂਲਾਂ ਦੀ ਕਿਤਾਬ ਦਾ ਪਹਿਲਾ ਅਧਿਆਇ ਪੜ੍ਹਦੇ ਹਾਂ ਤਾਂ ਉਸ ਦੀ 8 ਆਇਤ ਜੋ ਬਿਆਨ ਕਰਦੀ ਹੈ। ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਇਸ ਵਚਨ ਨੂੰ ਪੜ੍ਹੋ। ਰਸੂਲਾਂ ਦੀ ਕਿਤਾਬ ਉਸ ਦਾ 1 ਅਧਿਆਇ ਤੇ ਉਸ ਦਾ 8 ਵਚਨ ਇਸ ਜਗ੍ਹਾ ਤੇ ਲਿਖਿਆ ਹੈ, ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਤੇ ਸਾਰੀ ਯਹੂਦੀਆ ਅਤੇ ਸਾਮਰੀਆ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਜਦੋਂ ਪਵਿੱਤਰ ਆਤਮਾ ਕਲੀਸਿਆ ਨੂੰ ਦਿੱਤਾ ਗਿਆ, ਜਦੋਂ ਪਵਿੱਤਰ ਆਤਮਾ ਅੱਜ ਤੋਂ ਕਰੀਬ 2020 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਯੀਸ਼ੂ ਮਸੀਹ ਨੇ ਜੋ ਆਖਿਆ ਸੀ ਉਸ ਦੇ ਮੁਤਾਬਕ ਪਵਿੱਤਰ ਆਤਮਾ ਕਲੀਸਿਆ ਲਈ ਬਹਾ ਦਿੱਤਾ ਗਿਆ, ਦੇ ਦਿੱਤਾ ਗਿਆ। ਔਰ ਅੱਜ ਪਵਿੱਤਰ ਆਤਮਾ ਦੇ ਦਿੱਤਾ ਗਿਆ ਹੈ, ਸਾਡੇ ਕੋਲ ਹੈ। ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਵਸਦਾ ਹੈ ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਵਿੱਤਰ ਆਤਮਾ ਜਦੋਂ ਆਏਗਾ ਤਾਂ ਤੁਹਾਡੇ ਲਈ ਪਰਮੇਸ਼ਵਰ ਦਾ ਵਚਨ ਇਹ ਦੱਸਦਾ ਹੈ ਕਿ ਜਦੋਂ ਆਏਗਾ ਤਾਂ ਕੀ ਕਰੇਗਾ। ਪਵਿੱਤਰ ਆਤਮਾ ਤੁਹਾਨੂੰ ਕਿਸ ਗੱਲ ਲਈ ਪ੍ਰੇਰਿਤ ਕਰੇਗਾ? ਬਾਈਬਲ ਸਾਨੂੰ ਦੱਸਦੀ ਹੈ ਕਿ ਪਵਿੱਤਰ ਆਤਮਾ ਜਦੋਂ ਆਏਗਾ ਤਾਂ ਤੁਹਾਨੂੰ ਕੀ ਦੇਗਾ? ਸਾਮਰਥ ਦੇਗਾ, ਸ਼ਕਤੀ ਦੇਗਾ। ਅੱਜ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਵਿਸ਼ਵਾਸ ਤਾਂ ਕਰਦੇ ਨੇ ਪਰ ਉਹ ਸਾਮਰਥ ਤੋਂ, ਵਿਸ਼ਵਾਸ ਜੋ ਅਸੀਂ ਕਰਦੇ ਹਾਂ, ਵਿਸ਼ਵਾਸ ਦੇ ਦੁਆਰਾ ਜੋ ਸਾਨੂੰ ਪ੍ਰਾਪਤ ਹੁੰਦਾ ਹੈ, ਉਸ ਸਾਮਰਥ ਤੋਂ ਕਈ ਲੋਕ ਵਾਂਝੇ ਨੇ। ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸਨ ਜਦੋਂ ਜਿਹੜੇ ਪ੍ਰਭੂ ਤੇ ਵਿਸ਼ਵਾਸ ਕਰਦੇ ਸਨ ਪਰ ਉਹਨਾਂ ਨੇ ਪਵਿੱਤਰ ਆਤਮਾ ਨਹੀਂ ਪਾਇਆ ਸੀ। ਪਰ ਜਦੋਂ ਉਹਨਾਂ ਨੂੰ ਪਵਿੱਤਰ ਆਤਮਾ ਦੇ ਬਾਰੇ ਦੱਸਿਆ ਗਿਆ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਕਦੇ ਪਵਿੱਤਰ ਆਤਮਾ ਦਾ ਨਾਮ ਵੀ ਨਹੀਂ ਸੁਣਿਆ।
ਸੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਅੱਜ ਉਹ ਸਮਾਂ ਹੈ ਕਿ ਜਦ ਸਾਰੇ ਲੋਕ ਪਵਿੱਤਰ ਆਤਮਾ ਦੇ ਬਾਰੇ ਜਾਣਦੇ ਨੇ। ਪਰ ਪਵਿੱਤਰ ਆਤਮਾ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਪਵਿੱਤਰ ਆਤਮਾ ਸਾਨੂੰ ਕਿਉਂ ਦਿੱਤਾ ਗਿਆ ਹੈ? ਪਵਿੱਤਰ ਆਤਮਾ ਇਸ ਲਈ ਨਹੀਂ ਦਿੱਤਾ ਗਿਆ ਕਿ ਅਸੀਂ ਪਵਿੱਤਰ ਆਤਮਾ ਨੂੰ ਆਰਡਰ ਦਈਏ। ਬਹੁਤ ਸਾਰੇ ਲੋਕ ਨੇ ਜਿਹੜੇ ਪਵਿੱਤਰ ਆਤਮਾ ਨੂੰ ਆਰਡਰ ਦਿੰਦੇ ਨੇ, ਪਵਿੱਤਰ ਆਤਮਾ ਇਹ ਕਰ, ਪਵਿੱਤਰ ਆਤਮਾ ਉਹ ਕਰ। ਪਵਿੱਤਰ ਆਤਮਾ ਸਾਡਾ ਅੱਬਾ ਪਿਤਾ ਹੈ, ਉਹ ਪਰਮੇਸ਼ਵਰ ਦਾ ਆਤਮਾ ਹੈ। ਪਰਮੇਸ਼ਵਰ ਦੇ ਆਤਮਾ ਦੀ ਸਾਨੂੰ ਇੱਜ਼ਤ ਰਿਸਪੈਕਟ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਜਿਹੜੇ ਪਵਿੱਤਰ ਆਤਮਾ ਨੂੰ ਨਹੀਂ ਜਾਣਦੇ, ਪਵਿੱਤਰ ਆਤਮਾ ਦੇ ਬਾਰੇ ਕੁਝ ਗਿਆਨ ਨਾ ਹੋਣ ਦੇ ਕਾਰਨ ਉਹ ਪਵਿੱਤਰ ਆਤਮਾ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਪਵਿੱਤਰ ਆਤਮਾ ਦੇ ਬਾਰੇ ਗਲਤ ਗਾਈਡਨੈਂਸ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਕਈ ਜਗ੍ਹਾ ਤੇ ਪਵਿੱਤਰ ਆਤਮਾ ਦੇ ਬਾਰੇ ਸੋਚਿਆ ਜਾਂਦਾ, ਜਦੋਂ ਡਰਮ ਵੱਜਦਾ ਹੈ ਤਾਂ ਸੋਚਦੇ ਨੇ ਕਿ ਉਦੋਂ ਪਵਿੱਤਰ ਆਤਮਾ ਉਤਰਦਾ ਹੈ। ਤਾਂ ਕਈ ਲੋਕ ਕਹਿੰਦੇ ਨੇ ਸਾਡੇ ਉੱਤੇ ਕਲੀਸਿਆ ਉਤਰਦਾ ਹੈ। ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਤੇ ਤਰ੍ਹਾਂ ਤਰ੍ਹਾਂ ਦੇ ਜਵਾਬ ਅੱਜ ਵੇਖਣ ਨੂੰ ਮਿਲਦੇ ਨੇ। ਤੇ ਪਵਿੱਤਰ ਆਤਮਾ ਇਸ ਤਰ੍ਹਾਂ ਨਹੀਂ ਹੈ। ਪਵਿੱਤਰ ਆਤਮਾ ਤੁਹਾਨੂੰ ਇਸ ਲਈ ਦਿੱਤਾ ਗਿਆ ਤੁਸੀਂ ਸਾਮਰਥ ਪਾਓ। ਬਾਈਬਲ 'ਚ ਲਿਖਿਆ ਹੈ ਕਿ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ ਤੁਸੀਂ ਸ਼ਕਤੀ ਪਾਓਗੇ। ਪਰ ਕਿਸ ਗੱਲ ਦੀ ਸ਼ਕਤੀ ਪਾਓਗੇ? ਕਿਸ ਗੱਲ ਲਈ ਤੁਸੀਂ ਸਾਮਰਥ ਪਾਓਗੇ? ਨਾਲ ਬਾਈਬਲ ਸਾਨੂੰ ਦੱਸਦੀ ਕਿ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ, ਪ੍ਰਿਥਵੀ ਦੀ ਛੋਰ ਤੱਕ, ਮਤਲਬ ਕਿ ਤੁਸੀਂ ਆਪਣੇ ਘਰ ਔਰ ਤੁਸੀਂ ਆਪਣੇ ਆਂਢ ਗੁਆਂਢ ਨੂੰ, ਤੁਸੀਂ ਆਪਣੇ ਸ਼ਹਿਰ ਨੂੰ, ਤੁਸੀਂ ਆਪਣੇ ਨੇਸ਼ਨ ਨੂੰ ਔਰ ਫਿਰ ਤੁਸੀਂ ਆਪਣੇ ਪੂਰੇ ਸੰਸਾਰ ਨੂੰ, ਮਤਲਬ ਕਿ ਤੁਸੀਂ ਹੱਦਾਂ ਤੇ ਸਰਹੱਦਾਂ ਤੋਂ ਬਾਹਰ ਵੀ ਤੁਸੀਂ ਪਰਮੇਸ਼ਵਰ ਦੇ ਗਵਾਹ ਹੋਵੋਗੇ। ਤਾਂ ਪਰਮੇਸ਼ਵਰ ਦੀ ਗਵਾਹੀ ਜਿਹੜੀ ਹੈ ਉਹ ਤੁਸੀਂ ਜਾਣਦੇ ਹੋ ਕੀ ਹੈ। ਯੀਸ਼ੂ ਮਸੀਹ ਦੇ ਗਵਾਹ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਗਵਾਹੀ ਕੀ ਹੁੰਦੀ ਹੈ। ਪ੍ਰੋਫਸੀ ਦੇ ਦੁਆਰਾ ਜਿਹੜੀ ਪ੍ਰੋਫਸੀ ਹੈ, ਜਿਹੜੀ ਭਵਿੱਖਬਾਣੀ ਹੈ, ਉਹ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਪ੍ਰਚਾਰ ਵੀ ਕਰਦੇ ਹਾਂ ਪਰਮੇਸ਼ਵਰ ਦਾ, ਤਾਂ ਧਿਆਨ ਦਿਓ ਅਸੀਂ ਉਹਨਾਂ ਗੱਲਾਂ ਦੀ ਚਰਚਾ ਕਰਦੇ ਹਾਂ ਜੋ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਨੇ। ਜਿਵੇਂ ਕਿ ਪ੍ਰਭੂ ਯੀਸ਼ੂ ਮਸੀਹ ਦੀ ਦੂਜੀ ਆਮਦ ਇੱਕ ਭਵਿੱਖਬਾਣੀ ਹੈ। ਯੀਸ਼ੂ ਮਸੀਹ ਨੇ ਕਿਹਾ ਹੈ ਉਹ ਆਵੇਗਾ ਤਾਂ ਜ਼ਰੂਰ ਆਵੇਗਾ। ਅਸੀਂ ਉਸ ਦੇ ਆਉਣ ਦੀ ਉਹ ਖਬਰ ਜਿਹੜੀ ਹੈ ਉਸ ਦੀ ਮੁਨਾਦੀ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਦੀ ਸਾਮਰਥ ਜਿਹੜੀ ਹੈ ਪਵਿੱਤਰ ਆਤਮਾ ਦੇ ਦੁਆਰਾ, ਜੋ ਪਰਮੇਸ਼ਵਰ ਦੀ ਸਾਮਰਥ ਹੈ, ਉਹ ਸਾਡੇ ਦਿਲਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੀ, ਉਸ ਭਵਿੱਖਬਾਣੀ ਦੀਆਂ ਕਿਤਾਬਾਂ ਦੀ ਮੁਨਾਦੀ ਕਰਦੇ ਹਾਂ ਜਿਹੜੀ ਪੂਰੀ ਬਾਈਬਲ ਭਵਿੱਖਬਾਣੀਆਂ ਨਾਲ ਭਰੀ ਹੋਈ ਹੈ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪਵਿੱਤਰ ਆਤਮਾ ਜਦੋਂ ਅੱਜ ਸਾਡੇ ਦਿਲਾਂ ਦੇ ਵਿੱਚ ਆਇਆ ਹੈ, ਜਦੋਂ ਪਵਿੱਤਰ ਆਤਮਾ ਸਾਡੇ ਦਿਲਾਂ 'ਚ ਵਸਦਾ ਹੈ, ਤਾਂ ਪਵਿੱਤਰ ਆਤਮਾ ਸਾਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਉਕਸਾਉਂਦਾ ਹੈ ਕਿ ਅਸੀਂ ਉਸ ਆਉਣ ਵਾਲੇ ਸਮੇਂ ਦੇ ਬਾਰੇ ਜਿਹੜੀਆਂ ਗੱਲਾਂ ਬਾਈਬਲ 'ਚ ਲਿਖੀਆਂ ਹੋਈਆਂ ਨੇ, ਅਸੀਂ ਉਹਨਾਂ ਗੱਲਾਂ ਨੂੰ ਬੋਲੀਏ। ਔਰ ਜੋ ਪਵਿੱਤਰ ਆਤਮਾ ਅੱਜ ਸਾਡੇ ਤੇ ਪ੍ਰਗਟ ਕਰਦਾ ਹੈ ਅਸੀਂ ਉਸ ਨੂੰ ਵੀ ਬੋਲੀਏ। ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇਸ ਤਰ੍ਹਾਂ ਕਦੀ ਨਹੀਂ ਦੱਸੇਗਾ। ਪਵਿੱਤਰ ਆਤਮਾ ਇਦਾਂ ਕਦੀ ਨਹੀਂ ਬੋਲਦਾ ਜਿਵੇਂ ਅੱਜ ਕਈ ਲੋਕ ਝੂਠੇ ਭਵਿੱਖਵਕਤਾਵਾਂ ਜਿਹੜੇ ਬੋਲ ਰਹੇ ਨੇ। ਪਰ ਧਿਆਨ ਦਿਓ ਮੇਰੇ ਭੈਣੋ ਭਰਾਵੋ, ਬਾਈਬਲ ਸਾਨੂੰ ਦੱਸਦੀ ਹੈ ਕਿ ਹਰ ਦਰਖਤ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਸੋ ਭਵਿੱਖਬਾਣੀਆਂ ਨੂੰ ਤੁੱਛ ਨਹੀਂ ਜਾਣਨਾ ਚਾਹੀਦਾ। ਭਵਿੱਖਬਾਣੀਆਂ ਪਰਮੇਸ਼ਵਰ ਦੇ ਵੱਲੋਂ ਨੇ, ਪਰ ਜਿਹੜੀਆਂ ਭਵਿੱਖਬਾਣੀਆਂ ਝੂਠੇ ਭਵਿੱਖਵਕਤਾ ਕਰਦੇ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ। ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪਰ ਉਹ ਕਿਵੇਂ ਪਤਾ ਚੱਲਦਾ ਹੈ? ਧਿਆਨ ਦਿਓ, ਪਵਿੱਤਰ ਆਤਮਾ ਕਦੀ ਨਹੀਂ ਕਹੇਗਾ ਕਿ ਇਸ ਦਿਨ ਨੂੰ, ਇਸ ਤਰੀਕ ਨੂੰ ਤੁਸੀਂ ਮਿੱਠਾ ਨਹੀਂ ਖਾਣਾ, ਤੁਸੀਂ ਇਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਜਾਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਲੋਕ ਆਪਣੇ ਆਪ ਨੂੰ ਪ੍ਰੋਫਿਟ ਕਹਿ ਕੇ ਉਹ ਲੋਕਾਂ ਕੋਲੋਂ ਪ੍ਰੋਫਿਟ ਇਕੱਠਾ ਕਰ ਰਹੇ ਨੇ। ਮਾਈਂਡ ਨਾ ਕਰੀਏਗਾ। ਪਰਮੇਸ਼ਵਰ ਹਰ ਵਿਸ਼ਵਾਸੀ ਨੂੰ ਇਸ ਜਗ੍ਹਾ ਤੇ ਇਹ ਕਹਿੰਦਾ ਹੈ ਕਿ ਇਹ ਪ੍ਰੋਫਿਟ ਹੀ ਨਹੀਂ, ਬਲਕਿ ਹਰ ਇੱਕ ਵਿਸ਼ਵਾਸੀ, ਕਲੀਸਿਆ ਦਾ ਹਰ ਇੱਕ ਜਨ ਪਰਮੇਸ਼ਵਰ ਦੇ ਕੋਲੋਂ ਇਸ ਚੀਜ਼ ਦੀ ਲੋਚ ਰੱਖ ਸਕਦਾ ਹੈ ਕਿ ਮੈਂ ਵੀ ਭਵਿੱਖਬਾਣੀਆਂ ਕਰਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਸੰਤ ਪਾਲੂਸ ਨੇ ਕੁਰਿੰਥੀਆਂ ਦੀ ਪਹਿਲੀ ਕਲੀਸਿਆ ਨੂੰ ਆਪਣੇ ਪਹਿਲੇ ਪੱਤਰ ਦੇ ਵਿੱਚ, ਜਦੋਂ ਪਰਮੇਸ਼ਵਰ ਨੇ ਕੁਰਿੰਥੀਆਂ ਨੂੰ ਇਹ ਲੈਟਰ ਲਿਖਿਆ ਤਾਂ ਉਹਦੇ ਵਿੱਚ ਕਿਹਾ ਕਿ ਤੁਸੀਂ ਅਗਮ ਬਾਕ ਨੂੰ ਲੋਚੋ। ਇਹ ਗੱਲ ਕਿਸ ਨੂੰ ਕਹੀ ਗਈ? ਕਲੀਸਿਆ ਨੂੰ। ਹਾਲੇਲੂਇਆ। ਸੋ ਅੱਜ ਬਹੁਤ ਸਾਰੇ ਲੋਕ, ਜਿਹੜੀ ਕਲੀਸਿਆ ਹੈ, ਅੱਜ ਕਲੀਸਿਆ ਦੇ ਲੋਕ ਕਿਸ ਨੂੰ ਵੱਡਾ ਸਮਝਦੇ ਨੇ? ਕਲੀਸਿਆ ਦੇ ਲੋਕ ਅੱਜ ਸੋਚਦੇ ਨੇ ਕਿ ਜਿਸ ਦੇ ਨਾਮ ਦੇ ਅੱਗੇ ਪ੍ਰੋਫਿਟ ਲਿਖਿਆ ਹੋਏਗਾ ਉਹ ਵੱਡਾ ਹੈ। ਪਰ ਮੈਂ ਦੱਸਣਾ ਚਾਹੁੰਦਾ, ਕਲੀਸਿਆ, ਪਰਮੇਸ਼ਵਰ ਨੇ ਤੁਹਾਨੂੰ ਇਹ ਅਧਿਕਾਰ ਦਿੱਤਾ ਹੈ ਕਿ ਤੁਸੀਂ ਪ੍ਰੋਫਸੀ ਲਈ ਲੋਚੋ। ਅੱਜ ਤੁਸੀਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਹੋ, ਤਾਂ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਅਗਰ ਪ੍ਰੇਮ ਕਰਦੇ ਹੋ ਤਾਂ ਤੁਸੀਂ ਇਹਨਾਂ ਗੱਲਾਂ ਲਈ ਆਪਣੇ ਅੰਦਰ ਇੱਕ ਤੜਫ, ਇੱਕ ਲੋਚ ਰੱਖੋ। ਪਰਮੇਸ਼ਵਰ ਤੋਂ ਮੰਗ ਕਰੋ ਕਿ ਪਰਮੇਸ਼ਵਰ ਮੈਨੂੰ ਇਹ ਸਾਮਰ ਦੇ ਕਿ ਮੈਂ ਤੇਰੇ ਇਹਨਾਂ ਅਗਮ ਬਾਕ ਦੀਆਂ ਬਾਣੀਆਂ ਨੂੰ, ਤੇਰੀ ਇਸ
ਪੁਸਤਕ ਨੂੰ ਜੋ ਬਾਈਬਲ ਤੇਰੇ ਵਿੱਚ ਬਾਈਬਲ 'ਚ ਲਿਖੀ ਗਈ ਹੈ, ਭਵਿੱਖਬਾਣੀਆਂ ਜੋ ਹੈ, ਪਵਿੱਤਰ ਆਤਮਾ ਜੋ ਅੱਜ ਮੇਰੇ ਤੇ ਔਰ ਪ੍ਰਗਟ ਕਰੇ ਪਰਮੇਸ਼ਰ, ਮੈਂ ਉਸ ਨੂੰ ਲੋਕਾਂ ਨੂੰ ਦੱਸ ਸਕਾਂ। ਹਾਲੇਲੂਇਆ। ਕਈ ਵਾਰ ਪਰਮੇਸ਼ਰ ਤੁਹਾਨੂੰ ਵਚਨ ਦੇ ਵਿੱਚੋਂ ਹੀ ਉਹ ਭਵਿੱਖਬਾਣੀ, ਉਹ ਪ੍ਰਚਾਰ ਦੇਗਾ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ। ਇਹ ਪਵਿੱਤਰ ਆਤਮਾ ਦੀ ਸਾਮਰਥ ਹੈ ਜਦੋਂ ਉਹ ਤੁਹਾਡੇ ਵਿੱਚ ਹੋ ਕੇ ਕੰਮ ਕਰਦੀ ਹੈ। ਹਾਲੇਲੂਇਆ। ਪਵਿੱਤਰ ਆਤਮਾ ਦੇ ਬਾਰੇ ਗਲਤ ਕਦੀ ਵੀ ਪ੍ਰਚਾਰ ਨਹੀਂ ਕਰਨਾ ਚਾਹੀਦਾ। ਪਵਿੱਤਰ ਆਤਮਾ ਦਾ ਨਾਮ ਲੈ ਕੇ ਕਦੀ ਵੀ ਗਲਤ ਭਵਿੱਖਬਾਣੀ ਨਹੀਂ ਕਰਨੀ ਚਾਹੀਦੀ। ਬਾਈਬਲ ਉਸ ਦੇ ਬਾਰੇ ਵੀ ਬਹੁਤ ਕੁਝ ਦੱਸਦੀ ਹੈ ਕਿ ਸਾਨੂੰ ਕਦੀ ਵੀ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਪਰਮੇਸ਼ਰ ਦੇ ਨਾਮ ਨੂੰ ਕਦੀ, ਪਵਿੱਤਰ ਆਤਮਾ ਦੇ ਨਾਮ ਨੂੰ ਕਦੀ ਯੂਜ਼ ਨਹੀਂ ਕਰਨਾ ਚਾਹੀਦਾ, ਗਲਤ ਨਹੀਂ ਯੂਜ਼ ਕਰਨਾ ਚਾਹੀਦਾ। ਸੋ ਮੇਰੇ ਭੈਣੋ ਭਰਾਵੋ, ਪਵਿੱਤਰ ਆਤਮਾ ਲਈ ਬੜੇ ਸੀਰੀਅਸ ਹੋ ਜਾਓ, ਕਿਉਂਕਿ ਪਵਿੱਤਰ ਆਤਮਾ ਕਦੀ ਝੂਠ ਨਹੀਂ ਬੋਲਦਾ। ਪਰਮੇਸ਼ਰ ਦਾ ਆਤਮਾ ਕਦੀ ਵੀ ਕਿਸੇ ਨੂੰ ਵੀ ਝੂਠ ਬੋਲਣ ਲਈ ਪ੍ਰੇਰਿਤ ਨਹੀਂ ਕਰਦਾ। ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਝੂਠੀਆਂ ਭਵਿੱਖਬਾਣੀਆਂ ਕਰਦੇ ਨੇ। ਅਗਰ ਕੋਈ ਭਵਿੱਖਬਾਣੀ ਕਰਦਾ ਇਸ ਲਈ ਵੀ ਨਹੀਂ ਹੈ ਕਿ ਅਸੀਂ ਆਪਣੀ ਪਬਲਿਕਸਿਟੀ ਕਰਨੀ ਹੈ। ਭਵਿੱਖਬਾਣੀ ਕਿਉਂ ਹੁੰਦੀ ਹੈ? ਭਵਿੱਖਬਾਣੀ ਕਿਉਂ ਦਿੱਤੀ ਜਾਂਦੀ ਹੈ? ਤਾਂ ਕਿ ਕਲੀਸਿਆ ਦੀ ਉન્નਤੀ ਹੋਵੇ। ਹਾਲੇਲੂਇਆ। ਧਿਆਨ ਨਾਲ ਸੁਣੋ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਕਲੀਸਿਆ ਦੀ ਉન્નਤੀ ਲਈ ਪਰਮੇਸ਼ਰ ਭਵਿੱਖਬਾਣੀਆਂ ਨੂੰ ਦਿੰਦਾ ਹੈ। ਇਹ ਗੱਲ ਬਾਈਬਲ ਦੇ ਵਿੱਚ ਦਰਜ ਹੈ। ਪਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਗੱਲਾਂ ਤੇ ਜਾਵਾਂ, ਮੈਂ ਜਲਦੀ ਤੁਹਾਡੇ ਨਾਲ ਇੱਕ ਹੋਰ ਆਇਤ ਪੜ੍ਹਨਾ ਚਾਹਾਂਗਾ। ਤਿਮੋਥੀਉਸ ਦੀ ਪਹਿਲੀ ਪੱਤਰੀ, ਉਸ ਦਾ 1 ਅਧਿਆਇ ਤੇ ਉਸ ਦਾ 18 ਵਚਨ। ਇਹ ਮੇਰੇ ਪੁੱਤਰ ਤਿਮੋਥੀਉਸ, ਮੈਂ ਉਹਨਾਂ ਅਗਮ ਬਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਹੁਕਮ ਦਿੰਦਾ ਹਾਂ, ਭਾਈ ਤੂੰ ਉਹਨਾਂ ਦੇ ਸਹਾਰੇ ਅੱਛੀ ਲੜਾਈ ਲੜ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ, ਪਰਮੇਸ਼ਰ ਦਾ ਧੰਨਵਾਦ ਹੋਵੇ। ਭਵਿੱਖਬਾਣੀਆਂ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਆਸ਼ੀਸ਼ ਦਿੰਦੀਆਂ ਨੇ, ਸਹਾਰਾ ਦਿੰਦੀਆਂ ਨੇ। ਧਿਆਨ ਦਿਓ ਇਸ ਗੱਲ ਤੇ ਕਿ ਤਿਮੋਥੀਉਸ ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਦੇ ਲਈ ਇੱਕ ਚੰਗੀ ਸੇਵਾ ਨੂੰ ਨਿਭਾ ਸਕੇ, ਇਸ ਤੋਂ ਪਹਿਲਾਂ ਕਿ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਆਵੇ, ਉਸ ਲਈ ਬਹੁਤ ਸਾਰੀਆਂ ਭਵਿੱਖਬਾਣੀਆਂ ਹੋਈਆਂ ਸਨ। ਔਰ ਤੁਸੀਂ ਕਹੋਗੇ ਕਿ ਕਿੱਥੇ ਲਿਖਿਆ ਹੈ? ਬਾਈਬਲ 'ਚ ਅਸੀਂ ਹੁਣੇ ਪੜ੍ਹਿਆ। ਤੁਸੀਂ ਜਾਣਦੇ ਹੋ ਕਿ ਸੰਤ ਪਾਲੂਸ ਦੇ ਦੁਆਰਾ ਤਿਮੋਥੀਉਸ ਜਦੋਂ ਪ੍ਰਭੂ ਦੀ ਸੇਵਾ ਵਿੱਚ ਆਇਆ, ਤਿਮੋਥੀਉਸ ਨੂੰ ਸੰਤ ਪਾਲੂਸ ਨੇ ਆਖਿਆ ਕਿ ਜਿਹੜੀਆਂ ਤੇਰੇ ਵਿਖੇ ਪਹਿਲਾਂ ਹੀ ਅਗਮਬਾਕ ਭਵਿੱਖਬਾਣੀਆਂ ਜੋ ਤੇਰੇ ਲਈ ਕੀਤੀਆਂ ਗਈਆਂ ਸਨ, ਉਹਨਾਂ ਦੇ ਸਹਾਰੇ ਤੂੰ ਅੱਛੀ ਲੜਾਈ ਲੜ। ਹਾਲੇਲੂਇਆ। ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਸਹਾਰੇ, ਭਵਿੱਖਬਾਣੀਆਂ ਦੇ ਸਹਾਰੇ ਇੱਕ ਵਿਸ਼ਵਾਸ ਦੀ ਚੰਗੀ ਲੜਾਈ ਨੂੰ ਲੜਦੇ ਹਾਂ ਤਾਂ ਅਸੀਂ ਜੇਤੂ ਹੁੰਦੇ ਹਾਂ। ਸੰਤ ਪਾਲੂਸ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਸੰਤ ਪਾਲੂਸ ਨੂੰ ਪਤਾ ਸੀ ਇਸ ਗੱਲ ਦਾ ਕਿ ਉਹਨਾਂ ਵਾਸਤੇ ਭਵਿੱਖਬਾਣੀ ਦਾ ਮਹੱਤਵ ਕੀ ਹੈ। ਸੰਤ ਪਾਲੂਸ ਇਸ ਲਈ ਕਹਿੰਦੇ ਨੇ ਕਿ ਮੈਂ ਇੱਕ ਚੰਗੀ ਲੜਾਈ ਲੜ ਚੁੱਕਾ ਹਾਂ। ਉਹਨਾਂ ਨੇ ਆਖਿਆ ਕਿ ਮੈਂ ਆਪਣੀ ਦੌੜ ਨੂੰ ਪੂਰਾ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਉਹ ਦੌੜ ਕਿਵੇਂ ਪੂਰੀ ਕਰ ਸਕੇ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਵਿਖੇ ਭਵਿੱਖਬਾਣੀਆਂ ਕੀ ਹੋਈਆਂ ਨੇ। ਉਹਨਾਂ ਭਵਿੱਖਬਾਣੀਆਂ ਦੇ ਬਾਰੇ ਜਾਣਦੇ ਸਨ, ਉਹਨਾਂ ਨੂੰ ਪਤਾ ਸੀ। ਔਰ ਬਾਈਬਲ 'ਚ ਇਸੇ ਤਰ੍ਹਾਂ ਲਿਖਿਆ ਹੈ ਕਿ ਉਹੀ ਭਵਿੱਖਬਾਣੀਆਂ ਤਿਮੋਥੀਉਸ ਵਾਸਤੇ ਵੀ ਹੋਈਆਂ ਸਨ। ਤਿਮੋਥੀਉਸ ਨੂੰ ਆਖਿਆ ਗਿਆ ਹੈ ਕਿ ਤੂੰ ਉਹਨਾਂ ਦੇ ਸਹਾਰੇ ਜਿਹੜੇ ਅਗਮਬਾਗ ਤੇਰੇ ਲਈ ਪਹਿਲਾਂ ਹੀ ਕੀਤੇ ਜਾ ਚੁੱਕੇ ਨੇ, ਇੱਕ ਚੰਗੀ ਲੜਾਈ ਲੜ। ਤੁਸੀਂ ਜਾਣਦੇ ਹੋ ਕਿ ਭਵਿੱਖਬਾਣੀਆਂ ਕਿਉਂ ਹੁੰਦੀਆਂ ਨੇ? ਭਵਿੱਖਬਾਣੀਆਂ ਤੁਹਾਨੂੰ ਤਿਆਰ ਕਰਦੀਆਂ ਨੇ ਆਉਣ ਵਾਲੇ ਸਮੇਂ ਦੇ ਲਈ। ਭਵਿੱਖਬਾਣੀਆਂ ਤੁਹਾਨੂੰ ਉਤਸ਼ਾਹਿਤ ਕਰਦੀਆਂ ਨੇ। ਭਵਿੱਖਬਾਣੀਆਂ ਤੁਹਾਨੂੰ ਬਲ ਦਿੰਦੀਆਂ ਨੇ ਇਸ ਲੜਾਈ ਨੂੰ ਲੜਨ ਦੇ ਲਈ। ਕਿਉਂਕਿ ਜਾਣਦੇ ਹੋ ਪ੍ਰਭੂ ਯੀਸ਼ੂ ਮਸੀਹ ਇਸ ਤੋਂ ਪਹਿਲਾਂ ਕਿ ਸਲੀਬ ਉੱਤੇ ਜਾਣ ਔਰ ਉਹ ਕਰੂਸ ਤੇ ਚੜ੍ਹਨ ਔਰ ਕਬਰ ਵਿੱਚ ਰੱਖੇ ਜਾਣ ਔਰ ਉਹ ਤੀਸਰੇ ਦਿਨ ਮੁਰਦਿਆਂ ਚੋਂ ਜੀ ਉਠਣ, ਇਸ ਦੇ ਬਾਰੇ ਪਹਿਲਾਂ ਹੀ ਭਵਿੱਖਬਾਣੀ ਹੋ ਚੁੱਕੀ ਸੀ ਕਿ ਯੀਸ਼ੂ ਮਸੀਹ ਨੇ ਕਿਹਾ ਸੀ, ਮੈਂ ਮਾਰਿਆ ਜਾਵਾਂਗਾ ਔਰ ਮੈਂ ਦਫਨ ਕੀਤਾ ਜਾਵਾਂਗਾ ਔਰ ਤੀਜੇ ਦਿਨ ਮੈਂ ਮੁਰਦਿਆਂ ਚੋਂ ਜੀ ਉਠਾਂਗਾ। ਤੁਸੀਂ ਜਾਣਦੇ ਹੋ ਇਹ ਭਵਿੱਖਬਾਣੀ ਹੈ, ਇਹ ਅਗਮਬਾਕ ਹੈ। ਪ੍ਰਭੂ ਯੀਸ਼ੂ ਮਸੀਹ ਪਰਮੇਸ਼ਵਰ ਦੇ ਨਾਲ ਐਸੇ ਰਿਲੇਸ਼ਨ ਵਿੱਚ ਸਨ। ਤੁਸੀਂ ਜਾਣਦੇ ਹੋ ਕਿ ਉਹ ਪਰਮੇਸ਼ਵਰ ਦੇ ਪੁੱਤਰ ਸਨ ਔਰ ਉਹ ਸਭ ਕੁਝ ਜੋ ਉਹਨਾਂ ਨਾਲ ਹੋਣਾ ਸੀ ਉਹ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ। ਇਸ ਲਈ ਉਹਨਾਂ ਨੇ ਭਵਿੱਖਬਾਣੀ ਕੀਤੀ। ਉਹਨਾਂ ਨੇ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਦੱਸਿਆ ਕਿ ਮੈਂ ਜ਼ਰੂਰ ਮਾਰਿਆ ਜਾਵਾਂਗਾ ਔਰ ਤੀਜੇ ਦਿਨ ਮੁਰਦਿਆਂ ਚੋਂ ਜੀ ਉਠਾਂਗਾ। ਇਸ ਗੱਲ ਨੂੰ ਸੇਵਕ ਰਸੂਲ ਵੀ ਜਾਣਦੇ ਸਨ ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ। ਇਸ ਲਈ ਯੀਸ਼ੂ ਮਸੀਹ ਨੇ ਉਸ ਦੁੱਖ ਦੀ ਕੋਈ ਪਰਵਾਹ ਨਾ ਕਰਦੇ ਹੋਏ ਜੋ ਉਹਨਾਂ ਦੇ ਸਾਹਮਣੇ ਸੀ, ਉਹਨਾਂ ਨੇ ਉਸ ਮਹਿਮਾ ਨੂੰ ਜੋ ਉਸ ਤੋਂ ਬਾਅਦ ਪ੍ਰਗਟ ਹੋਣ ਵਾਲੀ ਸੀ ਵੇਖਿਆ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ। ਅੱਜ ਵੀ ਵਿਸ਼ਵਾਸੀਆਂ ਨੂੰ ਉਹੀ ਦੇਖਣ ਦੀ ਜ਼ਰੂਰਤ ਹੈ। ਭਵਿੱਖਬਾਣੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਜੋ ਅੱਜ ਕਰ ਰਹੇ ਨੇ। ਝੂਠੀਆਂ ਤੇ ਸੱਚੀਆਂ ਭਵਿੱਖਬਾਣੀਆਂ ਨੂੰ ਪਛਾਣਨ ਦੀ ਲੋੜ ਹੈ। ਅੱਜ ਲੋਕ ਭਵਿੱਖਬਾਣੀਆਂ ਕਰ ਰਹੇ ਨੇ
ਮੈਂ ਬੜਾ ਕਈ ਵਾਰ ਸੋਚਦਾ ਔਰ ਗੰਭੀਰ ਹੋ ਜਾਣਾ ਕਿ ਕਲੀਸਿਆ ਕਿਉਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੀ। ਅੱਜ ਭਵਿੱਖਬਾਣੀ ਹੋ ਰਹੀਆਂ ਨੇ ਤੇ ਤੁਹਾਡਾ ਕਾਲੇ ਰੰਗ ਦਾ ਗੇਟ ਹੈ, ਤੁਹਾਡਾ ਇਸ ਤਰ੍ਹਾਂ ਦਾ ਉੱਥੇ ਹੈ, ਮੈਂ ਆਹ ਦੇਖਿਆ ਹੈ, ਮੈਂ ਉਹ ਦੇਖਿਆ। ਇਸ ਚੀਜ਼ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ। ਭਵਿੱਖਬਾਣੀਆਂ ਇਹ ਨਹੀਂ ਹੁੰਦੀਆਂ। ਭਵਿੱਖਬਾਣੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਕਿ ਕੌਣ ਮਰ ਜਾਏਗਾ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹ ਭਵਿੱਖਬਾਣੀ ਦਾ ਕੀ ਫਾਇਦਾ ਹੋਇਆ। ਕੀ ਤੁਸੀਂ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ ਉਹਨਾਂ ਨੂੰ ਤੁਸੀਂ ਜਾ ਕੇ ਦੱਸਿਆ? ਕੀ ਤੁਸੀਂ ਉਹਨਾਂ ਨੂੰ ਜਾ ਕੇ ਪਰਮੇਸ਼ਰ ਦੇ ਬਾਰੇ ਉਹਨਾਂ ਨੂੰ ਤੁਸੀਂ ਚਾਨਣਾ ਪਾਇਆ? ਭਵਿੱਖਬਾਣੀਆਂ ਦੇ ਬਾਰੇ ਬਾਈਬਲ ਦੱਸਦੀ ਹੈ ਜਦੋਂ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਆਏਗਾ ਤੁਸੀਂ ਸ਼ਕਤੀ ਪਾਓਗੇ ਔਰ ਤੁਸੀਂ ਮੇਰੇ ਗਵਾਹ ਬਣੋਗੇ। ਮੇਰੇ ਅਜ਼ੀਜ਼ੋ, ਸੰਤ ਪੌਲੁਸ ਪਰਮੇਸ਼ਰ ਦੇ ਗਵਾਹ ਬਣੇ ਔਰ ਪੌਲੁਸ ਤੋਂ ਬਾਅਦ ਜਿਵੇਂ ਕਿ ਅਸੀਂ ਦੇਖਦੇ ਹਾਂ ਉਹਨਾਂ ਨੇ ਤਿਮੋਥਿਉਸ ਨੂੰ ਪਰਮੇਸ਼ਰ ਦੇ ਰਾਜ ਲਈ ਸੇਵਾ ਲਈ ਖੜਾ ਕੀਤਾ ਔਰ ਤਿਮੋਥਿਉਸ ਵੀ ਇੱਕ ਚੰਗਾ ਸੇਵਕ ਸੀ ਜਿਸ ਨੇ ਆਪਣੀ ਚੰਗੀ ਲੜਾਈ ਲੜੀ ਔਰ ਵਿਸ਼ਵਾਸ ਦੀ ਲੜਾਈ ਲੜੀ। ਉਸ ਨੇ ਵੀ ਪਰਮੇਸ਼ਰ ਦਾ ਗਵਾਹ ਹੋ ਕੇ ਇਹਨਾਂ ਭਵਿੱਖਬਾਣੀਆਂ ਤੋਂ ਬਲ ਪਾ ਕੇ ਪਰਮੇਸ਼ਰ ਦੀ ਮਹਿਮਾ ਕੀਤੀ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਅੱਜ ਵੀ ਜਿੰਨੇ ਭੈਣ ਭਰਾ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਆਪਣਾ ਬਲ ਧਾਰਨ ਕਰੋ। ਫਿਰ ਤੋਂ ਕਹਿੰਦਾ ਹਾਂ, ਬਾਈਬਲ ਦੱਸਦੀ ਹੈ ਕਿ ਭਵਿੱਖਬਾਣੀਆਂ ਦੀ ਲੋਚ ਕਰੋ। ਜਿਹੜੇ ਅੰਨ੍ਹਿਆ ਭਾਸ਼ਾ ਬੋਲਦੇ ਨੇ ਉਹਨਾਂ ਨੂੰ ਨਾ ਵਰਜੋ। ਮੈਂ ਇਹ ਕਹਿਣਾ ਚਾਹੁੰਦਾ ਕਿ ਬਾਈਬਲ 'ਚ ਅਗਰ ਤੁਸੀਂ ਉਸ ਤੋਂ ਅਗਲੀ ਆਇਤ ਨੂੰ ਪੜ੍ਹਦੇ, ਸਭ ਕੁਝ ਕਰਮ ਅਨੁਸਾਰ ਢੰਗ ਅਨੁਸਾਰ ਹੋਣਾ ਚਾਹੀਦਾ ਹੈ। ਅੱਜ ਬਹੁਤ ਸਾਰੇ ਲੋਕ ਅੰਨ੍ਹਿਆ ਭਾਸ਼ਾ ਦੇ ਬਾਰੇ ਵੀ ਗਲਤ ਸੋਚ ਰਹੇ ਨੇ, ਪਰ ਮੇਰਾ ਅੱਜ ਦਾ ਵਿਸ਼ਾ ਸਿਰਫ ਅਗਮਬਾਕ ਹੈ। ਮੈਂ ਚਾਹੁੰਦਾ ਕਿ ਅੱਜ ਮੈਂ ਅਗਮਬਾਕ ਦੇ ਬਾਰੇ ਤੇ ਹੀ ਗੱਲ ਕਰਾਂ, ਪਰ ਇੱਕ ਨਾਲ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਅੰਨ੍ਹਿਆ ਭਾਸ਼ਾ ਜਿਹੜੀ ਹੈ ਉਸ ਦੇ ਬਾਰੇ ਵੀ ਬਹੁਤ ਲੋਕ ਗਲਤ ਸਮਝਦੇ ਨੇ। ਗੈਰ ਜ਼ੁਬਾਨ ਅਗਰ ਤੁਸੀਂ ਪ੍ਰਾਰਥਨਾ ਕਰਨੀ ਹੈ, ਤੁਸੀਂ ਆਰਾਮ ਨਾਲ ਆਪਣੀ ਕੋਠੜੀ ਦੇ ਵਿੱਚ ਵੜੋ ਔਰ ਦਰਵਾਜ਼ਾ ਬੰਦ ਕਰੋ ਤੇ ਆਰਾਮ ਨਾਲ ਪ੍ਰਾਰਥਨਾ ਕਰੋ। ਗੈਰ ਜ਼ੁਬਾਨ 'ਚ ਪ੍ਰਾਰਥਨਾ ਕਰੋ, ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਵੀ ਮਨਾ ਨਹੀਂ ਕਰਦਾ। ਜਿਹੜਾ ਗੈਰ ਜ਼ੁਬਾਨ 'ਚ ਪ੍ਰਾਰਥਨਾ ਕਰਦਾ ਉਹ ਆਪਣੀ ਉન્નਤੀ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀਆਂ ਕਰਦਾ ਹੈ ਉਹ ਕਲੀਸਿਆ ਦੀ ਉન્નਤੀ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਕਲੀਸਿਆ ਦੀ ਉન્નਤੀ ਕਰਨ ਦੀ ਜ਼ਰੂਰਤ ਹੈ। ਕਲੀਸਿਆ ਦੀ ਉન્નਤੀ ਲਈ ਤੁਹਾਨੂੰ ਪਰਮੇਸ਼ਰ ਨਾਲ ਜੁੜਨ ਦੀ ਲੋੜ ਹੈ। ਇਹ ਜ਼ਰੂਰੀ ਨਹੀਂ ਹੈ ਕਿ ਚਰਚ ਦੇ ਵਿੱਚ ਇੱਕ ਪ੍ਰੀਸਟ, ਚਰਚ ਦਾ ਇੱਕ ਪਾਸਟਰ ਹੀ ਭਵਿੱਖਬਾਣੀ ਕਰ ਸਕਦਾ ਹੈ। ਜੋ ਵੀ ਵਿਸ਼ਵਾਸੀ ਪਰਮੇਸ਼ਰ ਨੂੰ ਪ੍ਰੇਮ ਕਰਦਾ ਹੈ ਉਸ ਉੱਤੇ ਵੀ ਭਵਿੱਖਬਾਣੀ ਪ੍ਰਗਟ ਹੋ ਸਕਦੀ ਹੈ। ਅਗਰ ਤੁਸੀਂ ਪਰਮੇਸ਼ਰ ਨਾਲ ਉਸ ਪ੍ਰੇਮ, ਉਸ ਰਿਲੇਸ਼ਨ ਵਿੱਚ ਹੋ ਤਾਂ ਪਰਮੇਸ਼ਰ ਤੁਹਾਨੂੰ ਆਉਣ ਵਾਲੇ ਸਮੇਂ ਦੀ ਖਬਰ ਦੱਸੇਗਾ, ਜ਼ਰੂਰ ਦੱਸੇਗਾ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਪਰ ਮੈਂ ਉਹਨਾਂ ਚੀਜ਼ਾਂ ਲਈ ਬੜਾ ਕਈ ਵਾਰ ਗੰਭੀਰ ਹੋ ਜਾਂਦਾ ਹਾਂ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਬੜੇ ਪ੍ਰੋਫਿਟਸ ਕਹਿੰਦੇ ਨੇ, ਪਰ ਉਹਨਾਂ ਨੇ ਕਦੀ ਵੀ ਪਰਮੇਸ਼ਰ ਤੋਂ ਉਹਨਾਂ ਚੀਜ਼ਾਂ ਦੇ ਬਾਰੇ ਨਹੀਂ ਪੁੱਛਿਆ ਹੁੰਦਾ ਜੋ ਅੱਜ ਵਾਪਰ ਰਹੀਆਂ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਉਹ ਭਵਿੱਖਬਾਣੀਆਂ ਤੁਹਾਨੂੰ ਨਹੀਂ ਚਾਹੀਦੀਆਂ ਕਿ ਤੁਸੀਂ ਕਿਸੇ ਦਾ ਨਾਮ ਲੈ ਕੇ ਜਾਂ ਕਿਸੇ ਦੀ ਬਿਮਾਰੀ ਦੱਸ ਕੇ ਉਹ ਭਵਿੱਖਬਾਣੀ ਕਰੋ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਭਵਿੱਖਬਾਣੀ ਉન્નਤੀ ਕਰਨ ਵਾਸਤੇ ਹੁੰਦੀ ਹੈ। ਭਵਿੱਖਬਾਣੀ ਨਾਲ ਉન્નਤੀ ਹੋਣੀ ਚਾਹੀਦੀ ਹੈ। ਅਗਰ ਅੱਜ ਤੱਕ ਕਿਸੇ ਦੀ ਆਤਮਾ ਦੀ ਉન્નਤੀ ਨਹੀਂ ਹੋ ਰਹੀ ਹੈ ਤਾਂ ਫਿਰ ਉਸ ਭਵਿੱਖਬਾਣੀ ਦਾ ਕੋਈ ਲਾਭ ਨਹੀਂ ਹੈ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਪਰਮੇਸ਼ਰ ਦਾ ਵਚਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦਾ ਹੈ। ਮੇਰੇ ਨਾਲ ਤੁਸੀਂ ਰਸੂਲਾਂ ਦੇ ਕਰਤੱਵ ਵਿੱਚ ਆਓ। ਰਸੂਲਾਂ ਦਾ ਕਰਤੱਵ, ਜਦੋਂ ਅਸੀਂ ਉਸ ਦਾ 2 ਅਧਿਆਏ, ਰਸੂਲਾਂ ਦੇ ਕਰਤੱਵ ਦੇ ਵਿੱਚ 2 ਅਧਿਆਏ ਦੇ ਵਿੱਚ ਆਵਾਂਗੇ ਔਰ ਉਸ ਦਾ 17 ਤੇ 18 ਵਚਨ। ਇਸ ਜਗ੍ਹਾ ਤੇ ਲਿਖਿਆ ਹੈ, ਪਰਮੇਸ਼ਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਹ ਹੋਵੇਗਾ, ਜੋ ਮੈਂ ਆਪਣਾ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਅਤੇ ਤੁਹਾਡੇ ਪੁੱਤਰ ਔਰ ਤੁਹਾਡੀਆਂ ਧੀਆਂ ਅਗਮਬਾਕ ਕਰਨਗੇ ਔਰ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਔਰ ਤੁਹਾਡੇ ਬੁੱਢੇ ਸੁਪਨੇ ਵੇਖਣਗੇ। ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਹਨੇ ਦਿਨੇ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ ਔਰ ਉਹ ਅਗਮਬਾਕ ਕਰਨਗੇ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ ਕਿ ਤੁਸੀਂ ਇਸ ਪਰਮੇਸ਼ਰ ਦੇ ਵਚਨ ਨੂੰ ਸਮਝ ਰਹੇ ਹੋ। ਜਿੰਨੇ ਤੁਸੀਂ ਸਮਝ ਰਹੇ ਹੋ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਤੁਹਾਡੀ ਬੁੱਧੀ ਨੂੰ ਖੋਲੇ ਇਸ ਵਚਨ ਨੂੰ ਸਮਝਣ ਦੇ ਲਈ। ਪਰਮੇਸ਼ਰ ਆਖਦਾ ਹੈ, ਧਿਆਨ ਦਿਓ, ਇਸ ਜਗ੍ਹਾ ਤੇ ਕੋਈ ਮਨੁੱਖ ਨਹੀਂ ਆਖ ਰਿਹਾ, ਇਸ ਜਗ੍ਹਾ ਤੇ ਕਿਸੇ ਵਿਅਕਤੀ ਦੀ ਗੱਲ ਨਹੀਂ ਹੈ, ਇਹ ਕਿਸੇ ਖਾਸ ਵਿਅਕਤੀ ਦੇ ਦੁਆਰਾ ਕਹੀ ਗਈ ਗੱਲ ਨਹੀਂ ਹੈ। ਇਹ ਖੁਦ ਪਰਮੇਸ਼ਰ ਆਖਦੇ ਨੇ ਕਿ ਅੰਤਮ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਸਭ ਸਰੀਰਾਂ ਉੱਤੇ ਵਹਾ ਦਿਆਂਗਾ। ਜਿਵੇਂ ਜੋਏਲ ਨਬੀ ਦੀ ਪੁਸਤਕ ਦੇ ਵਿੱਚ ਪਰਮੇਸ਼ਰ ਨੇ ਪਹਿਲਾਂ ਹੀ ਭਵਿੱਖਬਾਣੀ ਦਿੱਤੀ ਸੀ। ਕਲੀਸਿਆ ਬੜੇ ਧਿਆਨ ਦੇ ਨਾਲ ਸੁਣੀਏ। ਬਾਈਬਲ ਦੱਸਦੀ ਹੈ ਕਿ ਜਿਹਦੇ ਕੰਨ ਹਨ ਉਹ ਸੁਣੇ।
ਕਲੀਸਿਆ ਨੂੰ ਆਖਿਆ ਗਿਆ ਜਿਸ ਦੇ ਕੰਨ ਹਨ ਉਹ ਸੁਣੇ। ਭਾਈ ਪਰਮੇਸ਼ਰ ਦਾ ਆਤਮਾ ਕੀ ਆਖਦਾ ਹੈ? ਪਰਮੇਸ਼ਰ ਦੇ ਆਤਮਾ ਦੇ ਦੁਆਰਾ ਇਸ ਜਗ੍ਹਾ ਤੇ ਕਿਹਾ ਗਿਆ ਹੈ ਕਿ ਅੰਤਮ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਸਭ ਸ਼ਰੀਰਾਂ ਤੇ ਵਹਾਵਾਂਗਾ। ਦੈਟ ਮੀਨ ਤੁਸੀਂ ਧਿਆਨ ਦਿਓ, ਮੈਂ ਅੱਜ ਤੁਹਾਡੇ ਅੱਖਾਂ ਤੋਂ ਇੱਕ ਪੱਟੀ ਨੂੰ ਖੋਲਣਾ ਚਾਹੁੰਦਾ ਹਾਂ ਪਰਮੇਸ਼ਰ ਦੇ ਵਚਨ ਦੇ ਦੁਆਰਾ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਅੰਤਮ ਦਿਨਾਂ ਦੇ ਵਿੱਚ ਇਉਂ ਹੋਵੇਗਾ, ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ। ਧਿਆਨ ਦਿਓ, ਸਾਰੇ ਸਰੀਰਾਂ ਉੱਤੇ, ਕਲੀਸਿਆ ਦੇ ਉੱਤੇ, ਸਾਰੇ ਸਰੀਰਾਂ ਦੇ ਉੱਤੇ। ਔਰ ਇੱਥੇ ਇਹ ਜ਼ਿਕਰ ਕੀਤਾ ਗਿਆ ਹੈ, ਅਗਰ ਤੁਹਾਨੂੰ ਸਮਝ ਨਾ ਆਵੇ ਤਾਂ ਇੱਕ ਵਾਰ ਫੇਰ ਧਿਆਨ ਦਿਓ। ਇੱਥੇ ਲਿਖਿਆ ਹੈ ਕਿ ਤੁਹਾਡੇ ਪੁੱਤਰ ਧੀਆਂ ਅਗਮ ਬਾਕ ਕਰਨਗੇ। ਅੱਜ ਕੀ ਹੋ ਰਿਹਾ ਹੈ? ਅੱਜ ਸਾਰੀ ਭੀੜ ਪ੍ਰੋਫਿਟਸ ਦਾ ਨਾਮ ਸੁਣ ਕੇ ਭੱਜਦੀ ਫਿਰਦੀ ਹੈ। ਫਲਾਣੀ ਜਗ੍ਹਾ ਤੇ ਉਹ ਪ੍ਰੋਫਿਟਸ ਆ ਗਿਆ, ਉਹ ਪ੍ਰੋਫਿਟਸ ਆ ਗਿਆ। ਡੋਂਟ, ਮੈਂ ਫਿਰ ਤੋਂ ਕਹਾਂਗਾ, ਪੰਜਾਬੀ ਸਮਝ ਲਈਏ ਕਿ ਇਦਾਂ ਦੀ ਦੌੜ ਨੂੰ ਬੰਦ ਕਰੋ। ਪਰਮੇਸ਼ਵਰ ਦਾ ਵਚਨ ਤੁਹਾਨੂੰ ਅੱਜ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਪ੍ਰੋਫਿਟ ਦੇ ਮਗਰ ਭੱਜੋ, ਕਿਉਂਕਿ ਪ੍ਰੋਫਿਟ ਤੁਹਾਡੇ ਤੋਂ ਆਪਣਾ ਪ੍ਰੋਫਿਟ ਕਰ ਰਹੇ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਵਰ ਦੇ ਵਚਨ ਤੇ ਖੜੇ ਹੋ ਜਾਓ। ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ ਕਿ ਅੰਤਮ ਦਿਨਾਂ ਵਿੱਚ, ਅੱਜ ਧਿਆਨ ਦਿਓ, ਕਿਹੜੀ ਕਲੀਸਿਆ ਜਾਂ ਕਿਹੜਾ ਅੱਜ ਸੇਵਕ ਨਹੀਂ ਜਾਣਦਾ ਕਿ ਅੱਜ ਜਿਸ ਸਮੇਂ 'ਚੋਂ ਅਸੀਂ ਗੁਜ਼ਰ ਰਹੇ ਹਾਂ ਇਹ ਸੰਸਾਰ ਦਾ ਆਖਰੀ ਸਮਾਂ ਹੈ। ਸੰਸਾਰ ਦੇ ਆਖਰੀ ਸਮੇਂ ਵਿੱਚ ਇਹ ਸਭ ਕੁਝ ਹੋਵੇਗਾ ਜੋ ਅੱਜ ਹੋ ਰਿਹਾ ਹੈ। ਬਾਈਬਲ ਦੱਸਦੀ ਹੈ ਕਿ ਤਾਂ ਕਾਲ ਪੈਣਗੇ, ਭੁਚਾਲ ਆਣਗੇ, ਮਹਾਮਾਰੀਆਂ ਹੋਣਗੀਆਂ। ਤੇ ਅੱਜ ਕੀ ਨਹੀਂ ਹੋ ਰਿਹਾ? ਅੱਜ ਦੇਖੋ ਤੁਸੀਂ, ਅਕਾਲ ਪੈ ਚੁੱਕਾ ਹੈ। ਲੋਕ ਅੱਜ ਆਪਣੇ ਘਰਾਂ ਦੇ ਵਿੱਚ ਖਾਣੇ ਦੇ ਲਈ ਮੰਗ ਕਰ ਰਹੇ ਨੇ ਕਿ ਕੋਈ ਸਾਨੂੰ ਕੁਝ ਦੇ ਕੇ ਜਾਵੇ, ਸਾਨੂੰ ਕੋਈ ਕੁਝ ਪਹੁੰਚਾ ਦੇਵੇ। ਔਰ ਤੁਸੀਂ ਜਾਣਦੇ ਹੋ ਕਿ ਇਹ ਸਾਰਾ ਕੁਝ ਅੰਤਮ ਸਮੇਂ ਦੇ ਵਿੱਚ ਹੋਣ ਵਾਲਾ ਹੈ ਔਰ ਅਸੀਂ ਇਹ ਅੰਤਮ ਸਮੇਂ ਦੇ ਨਿਸ਼ਾਨ ਵੇਖ ਰਹੇ ਹਾਂ। ਬਾਈਬਲ ਦੇ ਮੁਤਾਬਕ ਜੋ ਕੁਝ ਲਿਖਿਆ ਗਿਆ, ਮੈਂ ਕੱਲੀ ਗੱਲ ਨੂੰ ਬੋਲ ਕੇ ਨਹੀਂ ਦੱਸ ਸਕਦਾ, ਪਰ ਤੁਸੀਂ ਸਭ ਜਾਣਦੇ ਹੋ ਕਿ ਜੋ ਲਿਖਿਆ ਗਿਆ ਉਹ ਸਭ ਕੁਝ ਘਟਨਾਵਾਂ ਵਾਪਰ ਰਹੀਆਂ ਨੇ। ਪਰ ਇਹ ਵੀ ਲਿਖਿਆ ਗਿਆ ਅੰਤਮ ਦਿਨਾਂ ਦੇ ਵਿੱਚ ਕਲੀਸਿਆ ਕੋਲ ਕੀ ਹੋਵੇਗਾ। ਕਲੀਸਿਆ ਦੇ ਕੋਲ ਅਗਮ ਬਾਕ ਹੋਣਗੇ। ਕਿਵੇਂ ਹੋਣਗੇ? ਕਿਉਂਕਿ ਲਿਖਿਆ ਅੰਤਮ ਦਿਨਾਂ ਦੇ ਵਿੱਚ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਕਰਾਂਗਾ ਕਿ ਤੁਹਾਡੇ ਜਿਹੜੇ ਧੀਆਂ ਪੁੱਤਰ ਨੇ ਉਹ ਅਗਮ ਬਾਕ ਕਰਨਗੇ, ਤੁਹਾਡੇ ਜਵਾਨ ਦਰਸ਼ਨ ਵੇਖਣਗੇ। ਅੱਜ ਜਿਹੜੇ ਨੌਜਵਾਨ ਨੇ ਉਹ ਅੱਜ ਜਿਹੜੇ ਆਪਣਾ ਟਾਈਮ ਹੋਰ ਚੀਜ਼ਾਂ 'ਚ ਵੇਸਟ ਕਰ ਰਹੇ ਨੇ, ਜੇਕਰ ਉਹ ਪਰਮੇਸ਼ਰ ਨੂੰ ਪ੍ਰੇਮ ਕਰਦੇ ਨੇ ਤਾਂ ਉਹ ਦਰਸ਼ਨ ਵੇਖਣਗੇ। ਅੱਜ ਬਹੁਤ ਸਾਰੇ ਜਵਾਨ ਨੇ ਜਿਹੜੇ ਆਪਣਾ ਜਿਹੜਾ ਟਾਈਮ ਹੈ ਉਹ ਮੋਬਾਈਲ ਤੇ, ਫੋਨ ਤੇ ਔਰ ਜਾਂ ਹੋਰ ਕਈ ਚੀਜ਼ਾਂ 'ਚ, ਗੇਮਾਂ ਦੇ ਵਿੱਚ ਜਾਂ ਟੀਵੀ ਵੇਖਣ ਵਿੱਚ ਜਾਂ ਹੋਰ ਕਈ ਚੀਜ਼ਾਂ ਵਿੱਚ ਵੇਸਟ ਕਰ ਰਹੇ ਨੇ। ਮੈਂ ਫਿਰ ਤੋਂ ਪ੍ਰੇਰਿਤ ਕਰਦਾ, ਨੌਜਵਾਨੋ, ਤੁਹਾਡਾ ਮੌਕਾ ਹੈ ਕਿ ਤੁਸੀਂ ਉਸ ਦਰਸ਼ਨ ਨੂੰ ਪਾ ਲਓ ਜੋ ਪਰਮੇਸ਼ਵਰ ਦੇਣਾ ਚਾਹੁੰਦਾ ਹੈ। ਇੱਕ ਦਰਸ਼ਨ ਦੇ ਨਾਲ ਪਰਮੇਸ਼ਰ ਦੇ ਕੰਮ ਨੂੰ ਕਰਨਾ ਸ਼ੁਰੂ ਕਰੋਗੇ, ਅਗਮ ਬਾਕ ਹੋਣਗੇ। ਬਾਈਬਲ ਦੱਸਦੀ ਹੈ ਜਿਹੜੇ ਮਾਂ-ਬਾਪ ਨੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਤੁਹਾਡੇ ਧੀਆਂ ਪੁੱਤਰ ਅਗਮ ਬਾਕ ਕਰਨਗੇ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਔਰ ਇਸ ਜਗ੍ਹਾ ਤੇ ਲਿਖਿਆ ਕਿ ਅੰਤਮ ਦਿਨਾਂ ਦੇ ਵਿੱਚ ਤੁਹਾਡੇ ਦਾਸ ਤੇ ਦਾਸੀਆਂ ਵੀ, ਬਾਈਬਲ ਇਹ ਦੱਸਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੇ ਵੀ, ਉਹ ਵੀ ਉਸ ਆਤਮਾ ਨਾਲ ਭਰਪੂਰ ਹੋਣਗੇ। ਔਰ ਇਹ ਵੀ ਲਿਖਿਆ ਗਿਆ ਹੈ ਦਾਸ ਦਾਸੀਆਂ ਉੱਤੇ ਵੀ ਅਗਮ ਬਾਕ ਦਾ ਆਤਮਾ ਆਏਗਾ। ਲਿਖਿਆ ਕਿ ਆਤਮਾ ਬਹਾ ਦੇਗਾ ਤੇ ਉਹ ਅਗਮ ਬਾਕ ਕਰਨਗੇ। ਕੀ ਤੁਸੀਂ ਸਮਝ ਰਹੇ ਹੋ ਕਿ ਇਹ ਅਗਮ ਬਾਕ ਭਵਿੱਖਬਾਣੀਆਂ ਤਾਂ ਤੁਹਾਡੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਦੇ ਦੁਆਰਾ ਵੀ ਹੋਣਗੀਆਂ, ਕਿਉਂਕਿ ਪਰਮੇਸ਼ਵਰ ਉਹੀ ਹੈ ਜਿਹੜਾ ਸਭ ਨੂੰ ਇੱਕੋ ਹੀ ਆਤਮਾ ਦਿੰਦਾ ਹੈ। ਪਰਮੇਸ਼ਵਰ ਦੇ ਆਤਮਾ ਦੇ ਵਿੱਚ ਕੋਈ ਵੀ ਭਿੰਨ ਭੇਦਤਾ ਨਹੀਂ ਹੈ। ਪਵਿੱਤਰ ਆਤਮਾ ਇੱਕੋ ਹੀ ਹੈ ਤੇ ਸਭ ਲਈ ਇੱਕੋ ਹੀ ਆਤਮਾ ਚੁਣ ਦਿੱਤਾ ਗਿਆ ਔਰ ਸਭ ਨੂੰ ਇੱਕੋ ਹੀ ਆਤਮਾ ਪਿਆਇਆ ਗਿਆ ਹੈ। ਹਾਲੇਲੂਇਆ। ਸੋ ਇਹਦਾ ਮਤਲਬ ਭਵਿੱਖਬਾਣੀਆਂ ਅੱਜ ਵਿਸ਼ਵਾਸੀ ਜਨ ਕਰ ਸਕਦੇ ਨੇ। ਭਵਿੱਖਬਾਣੀਆਂ ਲਈ ਹਰ ਇੱਕ ਵਿਅਕਤੀ ਦੇ ਉੱਤੇ ਪਵਿੱਤਰ ਆਤਮਾ ਬਹਾਇਆ ਗਿਆ ਹੈ। ਔਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਅੱਜ ਤੁਹਾਨੂੰ ਪ੍ਰੋਫਿਟਸ ਲੱਭਣ ਦੀ ਜ਼ਰੂਰਤ ਨਹੀਂ। ਤੁਹਾਨੂੰ ਅੱਜ ਖੁਦ ਪਰਮੇਸ਼ਵਰ ਦੇ ਅੱਗੇ ਇੰਨੇ ਦੀਨ ਹੋ ਕੇ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਪਰਮੇਸ਼ਵਰ ਮੇਰੇ ਨਾਲ ਗੱਲ ਕਰੋ ਕਿ ਮੈਂ ਆਉਣ ਵਾਲੇ ਸਮੇਂ ਨੂੰ ਸਮਝ ਸਕਾਂ। ਹਾਲੇਲੂਇਆ। ਤਾਂ ਕਿ ਮੈਂ ਦਲੇਰੀ ਦੇ ਨਾਲ ਤੇਰੇ ਕੰਮਾਂ ਨੂੰ ਕਰ ਸਕਾਂ, ਮੈਂ ਉਸ ਵਿਸ਼ਵਾਸ ਦੀ ਚੰਗੀ ਲੜਾਈ ਨੂੰ ਲੜ ਸਕਾਂ। ਇਹ ਕਦੋਂ ਸੰਭਵ ਹੋਵੇਗਾ? ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਭਵਿੱਖਬਾਣੀਆਂ ਦੇ ਸਹਾਰੇ ਨਾਲ ਅੱਗੇ ਵਧਾਂਗੇ, ਕਿਉਂਕਿ ਪਵਿੱਤਰ ਆਤਮਾ ਸਾਨੂੰ ਆਉਣ ਵਾਲੇ ਸਮੇਂ ਲਈ ਪ੍ਰੇਰਿਤ ਕਰਦਾ ਹੈ।
ਪਵਿੱਤਰ ਆਤਮਾ ਸਾਨੂੰ ਵਚਨ ਦੇ ਗਹਿਰਾਈ ਨਾਲ ਭੇਤਾਂ ਨੂੰ ਪ੍ਰਗਟ ਕਰਦਾ ਹੈ। ਪਵਿੱਤਰ ਆਤਮਾ ਸਾਨੂੰ ਉਹ ਗੱਲਾਂ ਦੱਸਦਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਨੇ। ਪਵਿੱਤਰ ਆਤਮਾ ਸਾਡੇ ਅੰਦਰ ਆਪਣਾ ਬਲ, ਆਪਣੀ ਸ਼ਕਤੀ ਭਰਦਾ ਹੈ ਕਿ ਅਸੀਂ ਮਸੀਹ ਦੇ, ਪਰਮੇਸ਼ਵਰ ਦੇ ਪੁੱਤਰ ਦੇ ਗਵਾਹ ਬਣ ਕੇ ਖੜੇ ਹੋਈਏ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਆਇਤ ਹੋਰ ਪੜ੍ਹਨਾ ਚਾਹਾਂਗਾ। ਕੁਰਿੰਥੀਆਂ ਦੀ ਕਿਤਾਬ, ਉਸ ਦਾ ਪਹਿਲਾ ਕੁਰਿੰਥੀਆਂ ਔਰ ਉਸ ਦਾ 14 ਅਧਿਆਏ। ਅਗਰ ਤੁਹਾਡੇ ਕੋਲ ਬਾਈਬਲ ਹੈ ਤੁਸੀਂ ਕੱਢ ਸਕਦੇ ਹੋ 14 ਅਧਿਆਏ ਦੇ ਵਿੱਚ, ਔਰ ਉਸ ਦਾ 3 ਤੇ 4 ਵਚਨ, ਜਿੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਪਰ ਜਿਹੜਾ ਅਗਮ ਬਾਗ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ। ਫਿਰ ਤੋਂ ਧਿਆਨ ਦਿਓ, ਪਰ ਜਿਹੜਾ ਅਗਮ ਬਾਗ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ। ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਅਗਮ ਬਾਗ ਕਰਦਾ ਹੈ ਉਹ ਕਲੀਸਿਆ ਨੂੰ ਲਾਭ ਦਿੰਦਾ ਹੈ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਕਹਿੰਦਾ ਹੈ ਕਿ ਅਗਮ ਬਾਗ ਕਰਨ ਵਾਲਾ ਵਿਅਕਤੀ ਕਲੀਸਿਆ ਦੇ ਲਈ ਇੱਕ ਲਾਭ ਦਿੰਦਾ ਹੈ। ਸੋ ਧਿਆਨ ਦਿਓ, ਭਵਿੱਖਬਾਣੀਆਂ ਕਿਹੜੀਆਂ ਹੁੰਦੀਆਂ ਨੇ ਔਰ ਕਿਉਂ ਹੁੰਦੀਆਂ ਨੇ, ਤੁਸੀਂ ਸਭ ਸਮਝ ਚੁੱਕੇ ਹੋ ਕਿ ਭਵਿੱਖਬਾਣੀਆਂ ਦੇ ਦੁਆਰਾ ਅਸੀਂ ਦਲੇਰੀ ਪਾਉਂਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਗਵਾਹ ਬਣੀਏ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਇਹ ਗਵਾਹ ਨਹੀਂ ਬਣਨਾ ਕਿ ਮੇਰੇ ਲਈ ਉਸ ਵਿਅਕਤੀ ਨੇ ਭਵਿੱਖਬਾਣੀ ਕੀਤੀ, ਸਾਡੇ ਗੇਟ ਦਾ ਰੰਗ ਦੱਸ ਦਿੱਤਾ, ਸਾਨੂੰ ਆਹ ਦੱਸ ਦਿੱਤਾ, ਸਾਨੂੰ ਉਹ ਦੱਸਦਾ। ਹੋਏ ਪੁੱਛਾਂ ਪਾਉਣ ਵਾਲੀ ਗੱਲ ਨਹੀਂ ਹੈ। ਅੱਜ ਬਹੁਤ ਸਾਰੇ ਲੋਕ, ਪ੍ਰਭੂ ਦੇ ਸੇਵਕ ਵੀ ਬਾਬਿਆਂ ਚੇਲਿਆਂ ਦੀ ਤਰ੍ਹਾਂ ਕਰ ਰਹੇ ਨੇ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਪਰਮੇਸ਼ਰ ਦਾ ਆਤਮਾ ਤੁਹਾਨੂੰ ਇਹਨਾਂ ਗੱਲਾਂ ਲਈ ਨਹੀਂ ਹੈ। ਪਰਮੇਸ਼ਰ ਦਾ ਆਤਮਾ ਕਦੀ ਵੀ ਝੂਠ ਨਹੀਂ ਬੋਲਦਾ। ਪਰਮੇਸ਼ਰ ਦਾ ਆਤਮਾ ਕਦੀ ਵੀ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ। ਹਾਲੇਲੂਇਆ। ਪਰਮੇਸ਼ਰ ਦਾ ਆਤਮਾ ਲਾਭ ਔਰ ਉન્નਤੀ ਦੀ ਗੱਲ ਕਰਦਾ ਹੈ। ਪਰਮੇਸ਼ਰ ਦਾ ਆਤਮਾ ਤੁਹਾਡੀ ਤਸੱਲੀ ਦੀ ਗੱਲ ਕਰਦਾ ਹੈ। ਪਵਿੱਤਰ ਆਤਮਾ ਤੁਹਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ। ਪਰਮੇਸ਼ਰ ਦੇ ਨਾਲ ਤੁਹਾਨੂੰ ਪ੍ਰਾਰਥਨਾ ਕਰਨਾ ਪਵਿੱਤਰ ਆਤਮਾ ਹੀ ਸਿਖਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅੱਗੇ ਵਧ ਸਕਦੇ ਹਾਂ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਤੁਸੀਂ ਭਵਿੱਖਬਾਣੀਆਂ ਦੇ ਵਿੱਚ ਵਧੋ, ਭਵਿੱਖਬਾਣੀਆਂ ਨੂੰ ਲੋਚੋ। ਪਰਮੇਸ਼ਰ ਤੁਹਾਡੇ ਤੇ ਆਪਣਾ ਆਤਮਾ ਬਹਾਏਗਾ ਔਰ ਇਹ ਵਾਅਦਾ ਹੈ ਪਰਮੇਸ਼ਰ ਦਾ ਕਿ ਆਖਰੀ ਦਿਨਾਂ ਵਿੱਚ ਸਾਰੇ ਮਨੁੱਖਾਂ ਉੱਤੇ ਉਹ ਆਪਣੇ ਆਤਮਾ ਨੂੰ ਬਹਾ ਦੇਗਾ। ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਅੱਜ ਤੁਸੀਂ ਆਪਣੇ ਅੰਦਰ ਇਸ ਪਰਮੇਸ਼ਰ ਦੀ ਜਨੂਨ ਨੂੰ, ਇਸ ਅੱਗ ਨੂੰ ਲੈ ਲਓ ਕਿ ਮੈਂ ਪਰਮੇਸ਼ਵਰ ਦੀ ਖਿਦਮਤ ਲਈ, ਕਲੀਸਿਆ ਲਈ ਇੱਕ ਬਰਕਤ ਬਣਾਂਗਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ, ਪਰ ਭਵਿੱਖਬਾਣੀਆਂ ਨੂੰ ਪਰਖੋ ਕਿ ਉਹ ਪਰਮੇਸ਼ਰ ਦੇ ਵੱਲੋਂ ਹੈ। ਜੇ ਪਰਮੇਸ਼ਰ ਦੇ ਵੱਲੋਂ ਹੈ ਤਾਂ ਉਹ ਵਚਨ ਦੇ ਅਨੁਸਾਰ ਹੋਏਗੀ। ਜੇ ਵਚਨ ਦੇ ਅਨੁਸਾਰ ਨਹੀਂ ਹੈ ਤਾਂ ਉਹ ਪਰਮੇਸ਼ਰ ਦੇ ਵੱਲੋਂ ਨਹੀਂ ਹੈ। ਪਰਮੇਸ਼ਰ ਕਦੇ ਵੀ ਆਪਣੇ ਵਚਨ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦਾ। ਸੋ ਪਰਮੇਸ਼ਰ ਤੁਹਾਨੂੰ ਬਲੈਸ ਕਰੇ। ਆਓ ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਾਨੂੰ ਭਵਿੱਖਬਾਣੀਆਂ ਦੀ ਲੋਚ ਕਰਨ ਦੀ ਲੋੜ ਹੈ। ਸਾਨੂੰ ਪਰਮੇਸ਼ਰ ਪਿਤਾ ਤੁਹਾਡੇ ਨਾਲ ਹੋਰ ਵੀ ਨਿਕਟਤਾ ਦੇ ਵਿੱਚ ਚੱਲਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੂੰ ਸਮਝ ਸਕੀਏ ਔਰ ਆਪਣੀਆਂ ਕੁੱਪੀਆਂ ਦੇ ਵਿੱਚ ਤੇਲ ਨੂੰ ਭਰ ਕੇ ਰੱਖ ਸਕੀਏ ਤੇ ਸਾਡੀਆਂ ਮਿਸਾਲਾਂ ਜਗਦੀਆਂ ਰਹਿ ਸਕਣ, ਤਾਂ ਕਿ ਅਸੀਂ ਵਿਸ਼ਵਾਸ ਦੀ ਇੱਕ ਚੰਗੀ ਲੜਾਈ ਲੜ ਸਕੀਏ ਔਰ ਤੁਹਾਡੇ ਲਈ ਬਹੁਤ ਸਾਰੀਆਂ ਰੂਹਾਂ ਦੇ ਸਾਹਮਣੇ ਤੁਹਾਡੇ ਗਵਾਹ ਬਣ ਕੇ ਪਿਆਰੇ ਪਿਤਾ ਪਰਮੇਸ਼ਰ ਅਸੀਂ ਖੜੇ ਰਹਿ ਸਕੀਏ ਔਰ ਦੱਸ ਸਕੀਏ ਕਿ ਯੀਸ਼ੂ ਹੀ ਪ੍ਰਭੂ ਹੈ। ਧੰਨਵਾਦ ਕਰਦੇ ਹੋਏ ਸਾਰੀ ਮਹਿਮਾ ਔਰ ਆਦਰ ਤੁਹਾਨੂੰ ਦਿੰਦੇ ਹਾਂ। ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਸ਼ਾਲੋਮ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਆਮੀਨ।